इसका मतलब ये भी है कि किसानों को उकसाने का काम अमरिंदर सिंह जी ने ही किया है। कपड़े जत्थेबंदियों के किसानों के भी पाटेंगे, सबके कपड़े पाटेंगे, किसी के नहीं बचेंगे। हमारे अगर पाटे हैं तो इनके भी पाटेंगे, क्योंकि सच्चाई सामने आई। अब अपने अपने कपड़े ये सभी संभाल लें, हमारे जो पाटने थे पाटे थे। तो हमारी साजिश है उसके साथ, इसमें क्या परेशानी है? मैं खुल के कहता हूँ किसानों के साथ हैं। अब क्या हो गया? अब माया आने लग गई, नोट आने लग गए, अब ये लीडर बन गए, नेशनल लीडर बन गए, हवा ले गए। नहीं, इनके बयान से तो ये बात सीधी होती है कि ये जो किसान आंदोलन है ये अमरिंदर सिंह का स्पॉन्सर्ड आंदोलन है। मैं तो उन्होंने एडवाइज करदा भी एक तो ਅੰਮ੍ਰਿਤਸਰ 'ਚ पागलखाना बड़ा चंगा हैगा, वो आ जाए, मैं ਉਹਦਾ चंगी तरह इलाज करवा सकदा। अब इन सब की ना जी बिल्ली जो है थैले से बाहर आ रही है। पहले तो ये पर्दा दे रहे थे, अब कितने दिन पर्दा देंगे? असलियत तो देखो हमेशा सामने आती है, और हमेशा जीत जो सच्चाई की होती है। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਬਿਆਨ ਦਿੰਦੇ ਨੇ ਲੀਡਰ, ਤਾਂ ਇੱਕ ਦੂਜੇ ਤੋਂ ਬਾਅਦ ਕਈ ਵਾਰੀ ਉਹ ਬਿਆਨ ਵਿਵਾਦਿਤ ਵੀ ਬਣ ਜਾਂਦੇ ਨੇ। ਵਿਵਾਦਿਤ ਬਿਆਨਾਂ ਦੀ ਅੱਜ ਗੱਲ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ, ਇੱਕ ਜਿਹੜਾ ਉਹਨਾਂ ਦਾ ਬਿਆਨ ਆਇਆ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਬਿਆਨ ਆਣੇ ਸਾਹਮਣੇ ਹੋ ਚੁੱਕੇ ਨੇ ਤੇ ਉਹਦੇ ਵਿੱਚ ਕਿਹਾ ਜਾ ਸਕਦਾ ਕਈ ਵਾਰ ਕਈ ਲੀਡਰ ਵਿਵਾਦਿਤ ਬਿਆਨ ਵੀ ਦੇ ਬੈਠਦੇ ਨੇ। ਸੁਣਾਵਾਂਗੇ ਤੁਹਾਨੂੰ ਕੀ ਕਿਹਾ, ਕੁਝ ਬਿਆਨਬਾਜ਼ੀ ਉਦੋਂ ਬਾਅਦ ਸ਼ੁਰੂ ਹੋਈ ਹੈ, ਪਰ ਸ਼ੁਰੂਆਤ ਹਰਿਆਣੇ ਤੋਂ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਦਿੱਲੀ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ, ਤਾਂ ਉਦੋਂ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਨਿਲ ਵਿਜ ਨੇ ਠੋਕ ਕੇ ਕੈਪਟਨ ਅਮਰਿੰਦਰ ਸਿੰਘ ਦੇ ਪਲਟਵਾਰ ਕੀਤਾ ਕਿ ਆਖਰ ਪਤਾ ਲੱਗ ਗਿਆ ਹੁਣ ਇਹ ਕਾਂਗਰਸ ਪ੍ਰੋ ਅੰਦੋਲਨ ਹੈ। ਜਿਸ ਤੋਂ ਬਾਅਦ ਕਿਤੇ ਨਾ ਕਿਤੇ ਨਿਲ ਵਿਜ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਵਰਦੇ ਹੋਏ ਨਜ਼ਰ ਆਏ ਨੇ। ਦੂਜੇ ਪਾਸੇ ਆਖਰਕਾਰ ਦੂਜੇ ਵੀ ਕਾਊਂਟਰ ਕਰਨ ਵਾਸਤੇ ਕਿੱਥੇ ਪਿੱਛੇ ਰਹਿੰਦੇ ਸੀ। ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਹਿਤਾ ਕਿ ਜਿਹੜੇ ਬੀਜੇਪੀ ਦੇ ਇੱਕ ਲੀਡਰ ਨੇ ਜਿਵੇਂ ਬਿਆਨ ਦਿੱਤਾ ਕਿ ਮੋਦੀ ਚੰਗੇ ਨੇ, ਨਹੀਂ ਮੈਂ ਹੁੰਦਾ ਤਾਂ ਡੰਡੇ ਮਾਰ ਕੇ ਜੇਲ੍ਹ ਭੇਜ ਦਿੰਦਾ, ਕਹਿੰਦੇ ਪਾਗਲਖਾਨਾ ਬੜਾ ਵਧੀਆ ਅੰਮ੍ਰਿਤਸਰ, ਮੇਰੇ ਕੋਲ ਆ ਜਾਣ, ਉੱਥੇ ਜਮ੍ਹਾਂ ਕਰਾ ਦੂੰਗਾ। ਨਾਲੋਂ ਨਾਲ ਸੁਰਜੀਤ ਜੈਣੀ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ। ਉਹਨਾਂ ਨੇ ਬਿਆਨ ਦਿੱਤਾ ਕਹਿੰਦੇ ਕੱਪੜੇ ਸਾਡੇ ਤਾਂ ਪਾੜ ਗਏ, ਬਾਕੀਆਂ ਦੇ ਵੀ ਪਾੜਨਗੇ, ਕਹਿੰਦੇ ਕਿਸਾਨਾਂ ਦੇ ਵੀ ਪਾੜਨਗੇ। ਇਹ ਉਹਨਾਂ ਨੇ ਕਹਿ ਸਕਦੇ ਆ ਬਿਆਨ ਦਿੱਤੇ ਨੇ। ਤਰਤੀਬ ਨਾਲ ਸੁਣਾਵਾਂਗੇ। ਸਭ ਤੋਂ ਪਹਿਲਾਂ ਅਨਿਲ ਵਿਜ ਤੋਂ ਸ਼ੁਰੂਆਤ ਕਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਅਨਿਲ ਵਿਜ ਨੂੰ ਕਿਵੇਂ ਗੁੱਸਾ ਆਇਆ ਕਿ ਆਖਰਕਾਰ ਜਿਹੜਾ किसानी अंदोलन है वो तो कांग्रेस का ही स्पॉन्सर अंदोलन लगता है। पंजाब के मुख्यमंत्री श्री अमरिंदर सिंह जी का किसानों को ये कहना कि हरियाणा में और दिल्ली में जाके जो मर्जी करो, पंजाब में मत करो, बहुत ही गैर जिम्मेदाराना बयान है। इसका मतलब ये है कि तुम अपने पड़ोसी राज्य हरियाणा की और दिल्ली की शांति को भंग करना चाहते हो। इसका मतलब ये भी है कि किसानों को उकसाने का काम अमरिंदर सिंह जी ने ही किया है। सब क्या इससे ये भी सही होता है, साबित होता है कि कुछ लोग ऐसे आंदोलन में शामिल हैं जो इनके इशारे पर चल रहे हैं? नहीं, इनके बयान से तो ये बात सीधी होती है कि ये जो किसान आंदोलन है ये अमरिंदर सिंह का स्पॉन्सर्ड आंदोलन है। ਕਿਸਾਨਾਂ ਦੀ ਹਮਾਇਤ ਕਰਦਾ ਹਰੇਕ ਰਾਜਨੀਤਿਕ ਸਿਆਸੀ ਦਲ ਇਹ ਚਾਹੁੰਦਾ ਕਿਤੇ ਨਾ ਕਿਤੇ ਕਿ ਸਾਡੀ ਕਿਸਾਨਾਂ ਦੇ ਵਿੱਚ ਚੜ੍ਹਾਈ ਜ਼ਿਆਦਾ ਹੋ ਜੇ। ਵੇਰਕਾ ਨੇ ਨਾਲ ਦੀ ਨਾਲ ਅਨਿਲ ਵਿਜ ਦੇ ਬਿਆਨ ਤੇ ਕਿਹਾ, ਕਹਿੰਦੇ ਹਾਂ ਹੈਗਾ ਸਾਨੇ ਸਪਾਂਸਰ ਕੀਤਾ, ਸਾਡੀ ਸਾਜ਼ਿਸ਼ ਹੈ ਕਿ ਬੀਜੇਪੀ ਨੇ ਜਿਹੜੇ ਕਾਨੂੰਨ ਪਾਸ ਕਰੇ ਉਹ ਕਾਨੂੰਨਾਂ ਦੇ ਖਿਲਾਫ ਅਸੀਂ ਖੜੇ ਹਾਂ, ਤਾਈਓ ਕਰਕੇ ਅਸੀਂ ਕਿਸਾਨਾਂ ਦੇ ਨਾਲ ਆ। ਉਹਨਾਂ ਨੇ ਇੱਥੇ ਤੱਕ ਕਹਿਤਾ, ਕਹਿੰਦੇ ਜਿਹੜਾ ਇੱਕ ਬੀਜੇਪੀ ਲੀਡਰ ਨੇ ਹੋਰ ਨੇ ਬਿਆਨ ਦਿੱਤਾ ਕਿ ਡੰਡੇ ਮਾਰ ਕੇ ਛੱਡਿਆਊਂਗਾ ਮੈਂ ਜੇ ਮੋਦੀ ਦੀ ਜਗ੍ਹਾ ਮੈਂ ਹੁੰਦਾ, ਕਹਿੰਦੇ ਪਾਗਲਖਾਨੇ ਭਰਤੀ ਕਰਾਵਾਂਗੇ, ਮੇਰੇ ਉੱਥੇ ਅੰਮ੍ਰਿਤਸਰ ਬੜਾ ਵਧੀਆ ਪਾਗਲਖਾਨਾ ਨਹੀਂ ਫਿਰ ਜਾਂ ਫਿਰ ਇਹਨਾਂ ਲੋਕਾਂ ਦੀ ਜਗ੍ਹਾ ਜੇਲ੍ਹ ਹੈ। ਤੁਸੀਂ ਆਪ ਸੁਣੋ, ਵੇਰਕਾ ਵੀ ਕਿਤੇ ਨਾ ਕਿਤੇ ਬਿਆਨਾਂ 'ਤੇ ਭੜਕਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਸਾਫ਼ ਤੌਰ 'ਤੇ ਜਿੱਥੇ ਅਨਿਲ ਵਿਜ ਨੂੰ ਜਵਾਬ ਦਿੱਤਾ ਤਾਂ ਦੂਜੇ ਪਾਸੇ ਪੰਜਾਬ ਦੇ ਬੀਜੇਪੀ ਲੀਡਰ ਨੂੰ ਵੀ ਜਵਾਬ ਦਿੱਤਾ ਕਿ पागलखाने या फिर जेल इन्हों की जगह है। वो कहते हैं कि अब ये क्लियर हो गया कि ये कांग्रेस स्पॉन्सर्ड प्रोटेस्ट है, और साथ में कैप्टन साहब ऐसी जो स्टेटमेंट दे रहे हैं, इंस्टिगेट कर रहे हैं फार्मर्स को, और हरियाणा में जो भी लॉ एंड ऑर्डर की सिचुएशन हो रही है ये इसके पीछे भी पंजाब सरकार का हाथ है। ये सच है कि ये पंजाब स्पॉन्सर जो है वो पंजाब के किसानों का आंदोलन है। ये सभी पार्टियों के स्पॉन्सर आंदोलन है। मैं कहता हूँ ये आपको बात, ये बीजेपी के खिलाफ आंदोलन है। जिन्होंने हमारे खेती कानून जो काले कानून लेकर के आए हैं, ये तमाम संघर्ष के खिलाफ है। इसमें क्या शक है कि कांग्रेस किसानों के साथ है, इस संघर्ष के साथ है, तो हमारी साजिश है उसके साथ, इसमें क्या परेशानी है? मैं खुल के कहता हूँ हम किसानों के साथ हैं और हम पूरी तरह से उनके साथ। और उसके एवज में हमारा किसान बीमार पड़ जाए तो उसका तो दिल्ली में ट्रीटमेंट भी केजरीवाल नहीं करवा रहे, और
जो लोग मारे जा रहे हैं, जिनकी हत्याएं हो रही है, उनको तो एम्बुलेंस प्रोवाइड नहीं हरियाणा वाला करवा रहे। अरे पंजाब पहला सूबा है जो अपने किसान जिन्होंने शहादतें दी है उनको 5-5 लाख रुपया हम दे रहे हैं और साथ में एक घर में नौकरी भी दे रहे हैं। तो हम कह रहे हैं कि हम किसान हमदर्द हैं, हम किसानों के सच्चे साथी हैं। ਤਾਂ ਮਾਰ ਡਾਂਗ ਇਹਨਾਂ ਨੂੰ ਜੇਲ੍ਹ 'ਚ ਦੇ ਦਿੰਦਾ। ਭਈ ਅਜਿਹੇ ਬੰਦਿਆਂ ਦੀ ਜਗ੍ਹਾ ਤੇ ਜਾਂ ਜੇਲ੍ਹ 'ਚ ਹੋਣੀ ਚਾਹੀਦੀ ਹੈ, ਪਾਗਲਖਾਨੇ 'ਚ ਹੋਣੀ ਚਾਹੀਦੀ ਹੈ। ਮੈਂ ਤੇ ਉਹਨੂੰ ਐਡਵਾਈਜ਼ ਕਰਦਾ ਵੀ ਇੱਕ ਤੇ ਅੰਮ੍ਰਿਤਸਰ 'ਚ ਪਾਗਲਖਾਨਾ ਬੜਾ ਚੰਗਾ ਹੈਗਾ, ਉਹ ਆ ਜੇ, ਮੈਂ ਉਹਦਾ ਚੰਗੀ ਤਰ੍ਹਾਂ ਇਲਾਜ ਕਰਵਾ ਸਕਦਾ। ਜਾਂ ਫਿਰ ਬੀਜੇਪੀ ਵਾਲਿਆਂ ਕੋਲ ਇੱਕ ਯੂਪੀ ਦੇ ਵਿੱਚ ਆਗਰੇ ਦੇ ਵਿੱਚ ਵੀ ਉੱਥੇ ਇੱਕ ਚੰਗਾ ਪਾਗਲਖਾਨਾ ਹੈਗਾ, ਇਹਨਾਂ ਨੂੰ ਉੱਥੇ ਇਹਨਾਂ ਨੂੰ ਇਲਾਜ ਵਾਸਤੇ ਲੈ ਕੇ ਜਾਣਾ ਚਾਹੀਦਾ। ਇਲਾਜ ਕਰਾਉਣ ਤੋਂ ਬਾਅਦ ਪੰਜਾਬ 'ਚ ਲਿਆਉਣਾ ਚਾਹੀਦਾ ਇਹੋ ਜਿਹੇ ਲੋਕ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਲੱਗਦਾ ਹੈ ਕਿ ਬੀਜੇਪੀ ਨੂੰ ਸ਼ਾਇਦ ਮੁੱਦਾ ਮਿਲ ਗਿਆ ਕਿ ਆਖਰ ਐਸੀ ਜਿਹੜੀ ਗੱਲ ਕਹਿੰਦੇ ਸੀ ਉਹ ਸਪਸ਼ਟ ਹੈ। ਹਾਲਾਂਕਿ ਕਿਸਾਨੀ ਅੰਦੋਲਨ ਦੇ ਵਿੱਚ ਸਭ ਨੂੰ ਪਤਾ ਹੈ ਕਿਸਾਨ ਆਪਦੀਆਂ ਕਿਹੜੀਆਂ ਭਾਵਨਾਵਾਂ ਲਈ ਬੈਠਾ ਹੈ, ਕਿਸੇ ਸਿਆਸੀ ਦਲ ਦਾ ਮੁਹਤਾਜ ਨਹੀਂ ਹੈਗਾ ਉਹ ਕਿ ਉਹਨੂੰ ਸਪੋਰਟ ਮਿਲੇ ਨਾ ਮਿਲੇ। ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਬਿਆਨਾਂ ਦੀ ਤਰਤੀਬ ਅਸੀਂ ਸੁਣ ਰਹੇ ਹਾਂ, ਪਹਿਲਾਂ ਅਨਿਲ ਵਿਜ, ਉਦੋਂ ਬਾਅਦ ਰਾਜਕੁਮਾਰ ਵੇਰਕਾ ਤੇ ਹੁਣ ਸੁਰਜੀਤ ਕੁਮਾਰ ਜੈਣੀ ਦੀ ਗੱਲ ਕਰਾਂਗੇ। ਕਾਫੀ ਗਰਮ ਬਿਆਨ ਦਿੰਦੇ ਰਹਿੰਦੇ ਨੇ ਕਿਸਾਨਾਂ ਨੂੰ ਲੈ ਕੇ। ਇੱਕ ਵਾਰੀ ਫੇਰ ਉਹਨਾਂ ਨੇ ਗਰਮ ਬਿਆਨ ਦਿੱਤਾ। ਪਹਿਲਾਂ ਤਾਂ ਕਾਂਗਰਸ ਤੇ ਪਲਟਵਾਰ ਕੀਤਾ, ਕਹਿੰਦੇ ਤਾਂ ਪਹਿਲਾਂ ਹੀ ਕਹਿੰਦੇ ਸੀ ਇਹ ਜਿਹੜਾ ਅੰਦੋਲਨ ਹੈ ਉਹ ਕਿਸਾਨੀ ਅੰਦੋਲਨ ਨਹੀਂ, ਇੱਕ ਰਾਜਨੀਤਿਕ ਸਿਆਸੀ ਅੰਦੋਲਨ ਹੈ। ਦੂਜੇ ਪਾਸੇ ਜਾਂਦੇ ਜਾਂਦੇ ਇਹ ਵੀ ਕਹਿ ਗਏ, ਕਹਿੰਦੇ ਕੱਪੜੇ ਹੁਣ ਸਾਰਿਆਂ ਦੇ ਪਾੜਨਗੇ, ਸਾਨੇ ਤਾਂ ਪੜਵਾ ਲਏ ਪਰ ਬਾਕੀ ਸਾਰੇ ਸਾਂਭ ਕੇ ਰੱਖਿਓ। ਵਿੱਚ ਹੀ ਉਹਨਾਂ ਨੇ ਸਿਆਸੀ ਦਲਾਂ ਦੇ ਨਾਲ ਕਿਸਾਨਾਂ ਨੂੰ ਵੀ ਲਪੇਟੇ ਚ ਲਿਆ। अब इन सब की ना जी बिल्ली जो है थैले से बाहर आ रही है। पहले तो ये पर्दा दे रहे थे, अब कितने दिन पर्दा देंगे? असलियत तो देखो हमेशा सामने आती है और हमेशा जीत जो सच्चाई की होती है। हमने तो ये पहले कहा था ये किसानी मुद्दा नहीं है, राजनीति मुद्दा है। और जितने भी लोग एंटी मोदी कह दिए, एंटी बीजेपी कह दिए, वो किसानी का झंडा मिल गया और उसके झंडे के नीचे ये सब अपना अपना जो है वो आंदोलन है या अपना अपना जो है अपना अपना विचार जो है अपना अपना जो सिट्टा कह दिए वो सेक रहे, अपना उल्लू जो है सीधा कर रहे हैं। ये तो धीरे धीरे सब कुछ बाहर आ जाएगा, कोई एक बात नहीं है। राजबेर का क्या है, बड़े बड़े कहेंगे अभी तो ठहरो, अभी क्या है, अभी सब कुछ इनका पर्दा जो है सबका सामने आने वाला है। ये किसानी मुद्दा नहीं है, हम तो पहले दिन से कह रहे हैं ये आंदोलन तो कहीं और जा रहा है और इसकी दिशा भी और है। मांग रहे थे जो मोदी साहब ने पूरी की है और टकैत साहब ने धन्यवाद किया कि मैं मोदी साहब का धन्यवाद करता हूँ, मेरे फादर की आत्मा को शांति मिली है, जो हम मांग रहे थे हमें मिल गया। और अब क्या हो गया, अब माया आने लग गई, नोट आने लग गए, अब ये लीडर बन गए, नेशनल लीडर बन गए, हवा ले गए। आज ये फरमान दे रहे हैं कि हमारे को ये कहते हैं कि कोई जलसा ना करे, प्रजातंत्र देश है, सबको राइट है। क्या इनको राइट है? अब प्रजातंत्र देश के अंदर सबको अपनी बात रखने का, किसान भी रखे, अकाली भी रखे, बीजेपी रखे, कांग्रेस रखे, कोई रखे, अपनी बात रखे। ये कौन है रोकने वाले? टोटल बाइकआउट है, तो इसमें आप अपना मैसेज क्या राजेवाल और डल्लेवाल और दर्शनपाल है क्या सब कुछ? उनके कहने से होगा क्या? स्टेज पे वो कहते बाइकआउट हो जाएगा? कोई बाइकआउट नहीं करता। हमारे साथ भी लोग हैं, 3.5 करोड़ लोग हैं पंजाब के अंदर और उनमें 80% किसान है। क्या सभी उनके साथ खड़े हैं क्या? सब बीजेपी की नीतियों के साथ भी लोग हैं। ये बताओ, और भारतीय जनता पार्टी ने किसान हित में और देश हित में काम किया है। सैन ये इसलिए कर लिया किसान अपने, अब कपड़े कांग्रेस के भी पाटेंगे और अब कपड़े अकाली के भी पाटेंगे और पाट रहे हैं। और अब कपड़े जत्थेबंदियों के किसानों के भी पाटेंगे, सबके कपड़े पाटेंगे, किसी के नहीं बचेंगे। हमारे अगर पाटे हैं तो इनके भी पाटेंगे, क्योंकि सच्चाई सामने आएगी। अब अपने अपने कपड़े ये सभी संभाल लें, हमारे जो पाटने थे पाट गए। ਕਿਸਾਨੀ ਅੰਦੋਲਨ ਨੂੰ ਲੈ ਕੇ ਦੇਖਿਆ ਜਾਵੇ, ਇੱਕ ਪਾਸੇ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੇ ਦਲ ਹਮਾਇਤ ਦੇ ਵਿੱਚ ਲੱਗੇ ਹੋਏ ਨੇ ਕਿ ਸਾਡੀ ਚੜ੍ਹਾਈ ਕਿਸਾਨਾਂ ਦੇ ਵਿੱਚ ਜ਼ਿਆਦਾ ਹੋ ਜਾਏ। ਖੈਰ ਕਿਸਾਨ ਸਮਝਦੇ ਨੇ ਕਿਹੜਾ ਸਿਆਸੀ ਸਾਡੇ ਵਾਸਤੇ ਹੈ, ਕਿਹੜਾ ਨਹੀਂ ਹੈਗਾ। ਦੂਜੇ ਪਾਸੇ ਦੇਖਿਆ ਜਾਵੇ ਤਾਂ ਬੀਜੇਪੀ ਦੇ ਲੀਡਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਤੋਂ ਬਾਅਦ ਲਗਾਤਾਰ ਕਿਤੇ ਨਾ ਕਿਤੇ ਕਾਂਗਰਸ ਤੇ ਨਿਸ਼ਾਨੇ ਸਾਧ ਰਹੇ ਨੇ ਕਿ ਇਹਨਾਂ ਨਹੀਂ ਸਪਾਂਸਰ ਕੀਤਾ ਹੋਇਆ, ਇਹਨਾਂ ਨਹੀਂ ਕਿਸਾਨਾਂ ਨੂੰ ਉੱਥੇ ਭੇਜਿਆ ਹੋਇਆ। ਇੱਥੇ ਤੱਕ ਕਿ ਬੀਜੇਪੀ ਦੇ ਲੀਡਰ ਜਾਨੀ ਇੱਕ ਵਾਰੀ ਫਿਰ ਵਿਵਾਦਿਤ ਬਿਆਨ ਦੇ ਗਏ, ਜਿਸ ਦੀ ਸ਼ੁਰੂਆਤ 'ਚ ਮੈਂ ਗੱਲ ਕਰੀ ਸੀ ਕਿ ਕੱਪੜੇ ਸਾਰਿਆਂ ਦੇ ਪਾੜਨਗੇ। ਹੁਣ ਗੱਲ ਇਹ ਆਖਰਕਾਰ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਬੀਜੇਪੀ ਬਿਆਨ ਤਾਂ ਬੜੇ ਗਰਮ ਦੇ ਰਹੀ ਆ, ਕਾਂਗਰਸ ਵੀ ਇੱਕ ਥਾਪੜ ਕੇ ਲਗਾਤਾਰ ਕਹਿ ਰਹੀ ਹੈ ਅਸੀਂ ਕਿਸਾਨਾਂ ਦੇ ਨਾਲ ਆ, ਪਰ ਆਖਰਕਾਰ ਇਸ ਪੂਰੇ ਮਾਮਲੇ ਦੇ ਸੁਲਝਾਉਣ ਦੇ ਲਈ ਕੀ ਕੋਈ ਕਦਮ ਅੱਗੇ ਚੱਕਣਗੇ? ਸ਼ਾਇਦ ਜਿੰਨੇ ਗਰਮ ਬਿਆਨ ਜਾਨੀ ਇਹ ਦੇ ਰਹੇ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਕੋਸ਼ਿਸ਼ ਬੀਜੇਪੀ ਦੇ ਲੀਡਰਾਂ ਨੂੰ ਸਿੱਧੀਆਂ ਸੁਣਾਈਆਂ ਹੁੰਦੀਆਂ ਤਾਂ ਸ਼ਾਇਦ ਮਸਲੇ ਦਾ ਕੋਈ ਹੱਲ ਨਿਕਲਿਆ ਹੁੰਦਾ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੋਵਿਡ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਪਰਿਵਾਰ ਔਰ ਵਿਦਿਆਰਥੀ ਟਰੈਵਲ ਨਹੀਂ ਕਰਨਾ ਚਾਹੁੰਦੇ, ਬਟ ਨਾਟ ਟੂ ਵਰੀ, ਪਿਰਾਮਿਡ ਈ ਸਰਵਿਸਿਜ਼ ਹੁਣ ਲੈ ਕੇ ਆਇਆ ਹੈ ਪਿਰਾਮਿਡ ਆਨਲਾਈਨ ਪੋਰਟਲ, ਜਿਹਦੇ ਰਾਹੀਂ ਤੁਸੀਂ ਹਜ਼ਾਰਾਂ ਪ੍ਰੋਗਰਾਮ ਕੈਨੇਡਾ ਦੇ ਸੈਂਕੜੋਂ ਕਾਲਜ ਔਰ ਹਜ਼ਾਰਾਂ ਪ੍ਰੋਗਰਾਮ ਹੁਣ ਆਪਣੇ ਮੋਬਾਈਲ ਦੇ ਥਰੂ सर्च कर सकते हो। अपनी एलिजिबिलिटी, अपनी प्रोफाइल क्रिएट करके अपनी 10th 12th हाईएस्ट क्वालिफिकेशन IELTS स्कोर पा के
ਕਿਹੜੇ ਕਾਲਜਸ ਤੁਹਾਨੂੰ ਦਾਖਲਾ ਦੇਣਗੇ, ਕਿਹੜੇ ਕਾਲਜਸ ਵਿੱਚ ਅਪਕਮਿੰਗ ਇਨਟੇਕਸ ਵਿੱਚ ਦਾਖਲੇ ਚੱਲ ਰਹੇ ਹੈ, ਇਹ ਆਪਣੇ ਮੋਬਾਈਲ ਰਾਹੀਂ ਕੰਪਿਊਟਰ ਰਾਹੀਂ ਤੁਸੀਂ ਚੈੱਕ ਕਰਕੇ ਆਪਣੀ ਪ੍ਰੋਫਾਈਲ ਕ੍ਰੀਏਟ ਕਰਕੇ ਆਪਣਾ ਦਾਖਲਾ ਅਪਲਾਈ ਕਰ ਸਕਦੇ ਹੋ। ਸੋ ਇੱਕ ਕੰਸਲਟੈਂਟ ਦਾ ਆਫਿਸ ਹੁਣ ਸਾਡੀ ਫਿੰਗਰ ਟਿਪਸ ਤੇ ਹੈ, ਕਿਤੇ ਵੀ ਜਾਣ ਦੀ ਲੋੜ ਨਹੀਂ। pyramidvisa.com ਜਾਂ pyramidEservices.com ਰਾਹੀਂ ਵੈਬਸਾਈਟ ਤੇ ਜਾ ਕੇ ਪ੍ਰੋਗਰਾਮ ਸਰਚ ਕਰੋ, ਯੂਨੀਵਰਸਿਟੀ ਸਰਚ ਕਰੋ, ਪ੍ਰੋਫਾਈਲ ਕ੍ਰੀਏਟ ਕਰੋ ਔਰ ਅੱਜ ਹੀ ਆਪਣਾ ਦਾਖਲਾ ਅਪਲਾਈ ਕਰੋ। ਔਰ ਨਾਲ ਦੀ ਨਾਲ ਵੀਜ਼ੇ ਦੀ ਸੇਵਾਵਾਂ ਵੀ ਪੋਰਟਲ ਰਾਹੀਂ ਦਿੱਤੀਆਂ ਜਾਣਗੀਆਂ।